Hello students, in this lecture we discuss assumptions of indifference curve analysis and properties of indifference curve. First we discuss assumptions of indifference curve analysis. First is rational consumer. It is assumed that the consumer will behave rationally. Indifference curve analysis इस assumption ਤੇ based ਹੈ ਕਿ ਜਿਹੜਾ consumer ਆ ਉਹ rational consumer ਆ। that means ਕਿ ਉਸਨੂੰ ਪਤਾ ਕਿ ਉਹ ਆਪਣੀ ਇਨਕਮ ਦੇ ਨਾਲ ਕਿਸ ਤਰ੍ਹਾਂ ਆਪਣੀ ਇਨਕਮ ਨੂੰ ਦੋ ਗੁੱਡਸ ਉੱਪਰ ਸਪੈਂਡ ਕਰੇ ਜਿਸ ਨਾਲ ਕਿ ਉਸਨੂੰ ਮੈਕਸੀਮਮ ਸੈਟਿਸਫੈਕਸ਼ਨ ਮਿਲੇ। ਆਰਡੀਨਲ ਯੂਟਿਲਿਟੀ ਸੈਕਿੰਡ ਪੁਆਇੰਟ ਇਜ਼ ਜਿਹੜੀ ਇੰਡੀਫਰੈਂਸ ਕਰਵ ਐਨਾਲਾਈਸਿਸ ਆ ਇਹ ਅਜ਼ਿਊਮ ਕਰਦਾ ਆ ਕਿ ਜਿਹੜੀ ਅਸੀਂ ਯੂਟਿਲਿਟੀ ਨੂੰ ਆ ਉਸਨੂੰ ਆਰਡੀਨਲਸ ਨੰਬਰ ਦੇ ਵਿੱਚ ਮੇਜ਼ਰ ਕਰ ਸਕਦੇ ਹਾਂ। ਲਾਈਕ ਏ ਕੰਜ਼ਿਊਮਰ ਕੈਨ ਡਿਟਰਮਿਨ ਹਿਜ਼ ਪ੍ਰੈਫਰੈਂਸ ਔਨ ਦਾ ਬੇਸਿਸ ਆਫ ਸੈਟਿਸਫੈਕਸ਼ਨ ਡਰਾਈਵਡ ਫਰੋਮ ਡਿਫਰੈਂਟ ਗੁੱਡਸ ਔਰ ਦੇਅਰ ਕੰਬੀਨੇਸ਼ਨ। ਦੈਟ ਮੀਨਸ ਕਿ ਇੱਕ ਕੰਜ਼ਿਊਮਰ ਇਹ ਕੰਪੇਅਰ ਕਰਦੇ ਕਿ ਉਸਨੂੰ ਕਿਸ ਗੁੱਡਸ ਤੋਂ ਜ਼ਿਆਦਾ ਸੈਟਿਸਫੈਕਸ਼ਨ ਹੁੰਦੀ ਹੈ, ਕਿਸ ਗੁੱਡਸ ਤੋਂ ਘੱਟ। ਜਿਸ ਗੁੱਡਸ ਤੋਂ ਉਹਨੂੰ ਜ਼ਿਆਦਾ ਸੈਟਿਸਫੈਕਸ਼ਨ ਹੁੰਦੀ ਹੈ ਉਸਨੂੰ ਉਹ ਫਸਟ ਪ੍ਰੈਫਰੈਂਸ ਦਿੰਦਾ ਹੈ ਐਂਡ ਜਿਸ ਤੋਂ ਘੱਟ ਹੁੰਦੀ ਹੈ ਉਸਨੂੰ ਸੈਕਿੰਡ ਪ੍ਰੈਫਰੈਂਸ ਦਿੰਦਾ ਹੈ। Next is diminishing margin rate of substitution. Indifference curve analysis ਦੀ third assumption ਹੈ ਕਿ margin rate of substitution ਜਿਹੜਾ ਹੁੰਦਾ ਉਹ diminishing rate 'ਤੇ ਹੁੰਦਾ। that means ਇਸੇ ਜਦੋਂ ਦੋ ਗੁੱਡਸ ਨੂੰ ਇੱਕ ਦੂਸਰੀ ਜਗ੍ਹਾ 'ਤੇ ਸਬਸਟੀਟਿਊਟ ਕਰਦੇ ਹਾਂ ਰੇਟ diminishing rate 'ਤੇ ਕਰਦੇ ਹਾਂ। non satiety that means that implies consumer is assumed to be non satisfied. Consumer does not reach the level of satisfaction by consuming a goods and always they prefer large quantity of goods. That means कि consumer कभी भी level of satisfaction ते नहीं पहुँचता तो हमेशा की prefer करता है large quantity of goods ਨੂੰ prefer करता है as compared to less quantity of goods. Next is consistency in selection. There is consistency in consumer behavior. that means ਕਿ ਅਗਰ ਇੱਕ ਕੰਜ਼ਿਊਮਰ ਇੱਕ ਗਿਵਨ ਟਾਈਮ ਦੇ ਵਿੱਚ A ਪ੍ਰੈਫਰੈਂਸ ਨੂੰ B ਪ੍ਰੈਫਰੈਂਸ ਤੋਂ ਜ਼ਿਆਦਾ ਲਾਈਕ ਕਰਦਾ ਆ ਅਤੇ ਦੈਨ ਕਿਸੇ ਹੋਰ ਟਾਈਮ ਦੇ ਵਿੱਚ ਉਹ B ਕੰਬੀਨੇਸ਼ਨ ਨੂੰ A ਕੰਬੀਨੇਸ਼ਨ ਤੋਂ ਜ਼ਿਆਦਾ ਪ੍ਰੈਫਰ ਨਹੀਂ ਕਰ ਸਕਦਾ। ਦੈਟ ਮੀਨਸ ਉਸਦੇ ਬਿਹੇਵੀਅਰ ਦੇ ਵਿੱਚ ਕੀ ਹੈ ਕੰਸਿਸਟੈਂਸੀ ਆ। ਨੈਕਸਟ ਇਜ਼ ਟ੍ਰਾਂਜ਼ਿਟਿਵਿਟੀ। ਦਿਸ ਐਨਾਲਾਈਜ਼ਸ ਅਜ਼ਿਊਮਡ ਟ੍ਰਾਂਜ਼ਿਟਿਵਿਟੀ ਵਿਦ ਰਿਗਾਰਡਸ ਟੂ ਇੰਡੀਫਰੈਂਸ ਐਂਡ ਪ੍ਰੈਫਰੈਂਸ। ਦੈਟ ਮੀਨਸ ਕਿ ਅਗਰ ਇੱਕ ਕੰਜ਼ਿਊਮਰ A ਕੰਬੀਨੇਸ਼ਨ ਨੂੰ B ਤੋਂ ਜ਼ਿਆਦਾ ਪ੍ਰੈਫਰ ਕਰਦਾ ਐਂਡ B ਕੰਬੀਨੇਸ਼ਨ ਨੂੰ C ਕੰਬੀਨੇਸ਼ਨ ਤੋਂ ਜ਼ਿਆਦਾ ਪ੍ਰੈਫਰ ਕਰਦਾ ਦੈਨ ਉਸ 'ਤੇ ਆਟੋਮੈਟਿਕਲੀ ਟ੍ਰਾਂਜ਼ਿਟਿਵਿਟੀ ਆ ਕਿ ਜਿਹੜਾ A ਕੰਬੀਨੇਸ਼ਨ ਆ ਉਹ C ਕੰਬੀਨੇਸ਼ਨ ਤੋਂ ਜ਼ਿਆਦਾ ਪ੍ਰੈਫਰ ਕਰੇਗਾ। ਦੈਟ ਮੀਨਸ ਕੰਜ਼ਿਊਮਰ ਦੇ ਬਿਹੇਵੀਅਰ ਵਿੱਚ ਟ੍ਰਾਂਜ਼ਿਟਿਵਿਟੀ ਹੈ ਕਿ ਅਗਰ ਤਿੰਨ ਕੰਬੀਨੇਸ਼ਨ ਆ A ਨੂੰ B ਤੋਂ ਜ਼ਿਆਦਾ ਪਸੰਦ ਕਰਦਾ, B ਨੂੰ C ਤੋਂ ਜ਼ਿਆਦਾ ਪਸੰਦ ਕਰਦਾ ਅਤੇ ਤਾਂ ਉਸ ਦੇ ਕਾਰਨ ਕੀ ਹੋਇਆ ਕਿ ਜਿਹੜਾ ਜਿਹੜਾ A ਕੰਬੀਨੇਸ਼ਨ ਆ ਉਹ ਕੀ ਪ੍ਰੈਫਰ ਜ਼ਿਆਦਾ ਕਰੇਗਾ C ਕੰਬੀਨੇਸ਼ਨ ਦੇ ਨਾਲੋਂ। ਨੈਕਸਟ ਇਜ਼ ਇੰਡੀਪੈਂਡੈਂਟ ਸਕੇਲ ਆਫ ਪ੍ਰੈਫਰੈਂਸ। ਇੰਡੀਪੈਂਡੈਂਟ ਸਕੇਲ ਆਫ ਪ੍ਰੈਫਰੈਂਸ ਦਾ ਮਤਲਬ ਹੈ ਕਿ ਕੰਜ਼ਿਊਮਰ ਦਾ ਜਿਹੜਾ ਸਕੇਲ ਆਫ ਪ੍ਰੈਫਰੈਂਸ ਆ ਉਹ ਇੰਡੀਪੈਂਡੈਂਟ ਆ ਆਫ ਹਿਜ਼ ਇਨਕਮ ਐਂਡ ਦਾ ਪ੍ਰਾਈਸ ਆਫ ਦੀ ਗੁੱਡਸ ਇਨ ਦਾ ਮਾਰਕੀਟ। ਅਗਰ ਕੰਜ਼ਿਊਮਰ ਦੀ ਇਨਕਮ ਅਤੇ ਗੁੱਡਸ ਦੀ ਪ੍ਰਾਈਸ ਦੇ ਵਿੱਚ ਚੇਂਜ ਹੁੰਦਾ ਆ ਅਤੇ ਉਸ ਦੇ ਕਾਰਨ ਕੰਜ਼ਿਊਮਰ ਦੇ ਸਕੇਲ ਆਫ ਪ੍ਰੈਫਰੈਂਸ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ, ਉਸ ਦੇ ਉੱਪਰ ਕੋਈ ਚੇਂਜ ਨਹੀਂ ਹੁੰਦਾ। Next is properties of indifference curve. First is an indifference curve has a negative slope or that it slope downwards. ਜਿਹੜੀ indifference curve ਆ ਉਹ negative sloped ਹੁੰਦੀ ਆ and downward slope ਹੁੰਦੀ ਆ left to right. ਇਹ ਜਿਹੜੀ property ਆ ਇਹ ਇਸ assumption ਤੇ based ਆ that if a consumer use more quantity of one good he will use less quantity of other goods ਤਾਂ ਕਿ ਉਸਦਾ ਜਿਹੜਾ level of satisfaction ਆ ਉਹ same ਰਹੇ ਕਿ ਅਗਰ ਉਹ ਕਿਸੇ ਗੁੱਡਸ ਦੀ ਜ਼ਿਆਦਾ ਕੁਆਂਟਿਟੀ ਨੂੰ ਉਹ ਕੰਜ਼ਿਊਮ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਕਿਸੇ ਦੂਸਰੀ ਗੁੱਡਸ ਦੀ ਲੈਸ ਕੁਆਂਟਿਟੀ ਨੂੰ ਕੰਜ਼ਿਊਮ ਕਰਨਾ ਪਏਗਾ ਤਾਂ ਕਿ ਉਸਦਾ ਲੈਵਲ ਆਫ ਸੈਟਿਸਫੈਕਸ਼ਨ ਸੇਮ ਰਹੇ। ਬਟ ਅਗਰ ਇੰਡੀਫਰੈਂਸ ਕਰਵ ਡਾਊਨਵਰਡ ਸਲੋਪ ਨਹੀਂ ਹੁੰਦੀ ਤਾਂ ਫਿਰ ਉਹ ਕੀ ਹੋ ਸਕਦੀ ਜਾਂ ਵਰਟੀਕਲ, ਹੌਰੀਜ਼ੋਨਟਲ ਔਰ ਅਪਵਰਡ ਸਲੋਪਿੰਗ। ਬਟ ਫਿਗਰ 4 ਦੇ ਵਿੱਚ ਕਲੀਅਰ ਆ ਕਿ ਜਿਹੜੀ ਇੰਡੀਫਰੈਂਸ ਕਰਵ ਆ ਨਾ ਤਾਂ ਉਹ ਵਰਟੀਕਲ ਹੋ ਸਕਦੀ ਹੈ, ਨਾ ਹੀ ਹੌਰੀਜ਼ੋਨਟਲ, ਨਾ ਹੀ ਅਪਵਰਡ ਸਲੋਪਿੰਗ। ਫਸਟ ਡਾਇਗਰਾਮ ਵਿੱਚ ਦੇਖੋ O ਐਕਸਿਸ 'ਤੇ ਐਪਲਸ ਅਤੇ O ਵਾਈ 'ਤੇ ਔਰੰਜਸ ਨੂੰ ਮੇਜ਼ਰ ਕੀਤਾ ਗਿਆ। AB ਕੀ ਆ, ਜਿਹੜੀ AB ਲਾਈਨ ਆ ਉਹ ਹੈਗੀ ਆ ਵਰਟੀਕਲ ਜਿਹੜੀ MB ਲਾਈਨ ਆ ਉਹ ਕੀ ਆ ਵਰਟੀਕਲ ਇੰਡੀਫਰੈਂਸ ਕਰਵ ਦੈਟ ਇਜ਼ ਦਿਸ। C ਕੰਬੀਨੇਸ਼ਨ ਵਿੱਚ ਦੇਖੋ ਇੱਕ ਕੰਜ਼ਿਊਮਰ OB ਐਪਲ ਅਤੇ OM
ਔਰੰਜ ਪਰਚੇਜ਼ ਕਰਦਾ ਸੀ ਕੰਬੀਨੇਸ਼ਨ ਦੇ ਵਿੱਚ। ਇਹ ਕੰਬੀਨੇਸ਼ਨ ਦੇ ਵਿੱਚ ਦੇਖੋ ਉਹ ਔਰੰਜ ਦੀ ਕੁਆਂਟਿਟੀ ਨੂੰ ਤਾਂ ਵਧਾ ਰਿਹਾ ਬਟ ਐਪਲ ਦੀ ਕੁਆਂਟਿਟੀ ਕੀ ਕਰ ਰਿਹਾ ਸੇਮ। ਦੈਟ ਮੀਨਸ ਕਿ ਉਸਦੇ ਲੈਵਲ ਆਫ ਸੈਟਿਸਫੈਕਸ਼ਨ ਵਿੱਚ ਚੇਂਜ ਆ ਜਾਏਗਾ, ਮਤਲਬ ਕਿ ਉਹ ਇਨਕਰੀਜ਼ ਹੋ ਜਾਏਗਾ ਸੈਟਿਸਫੈਕਸ਼ਨ ਉਸਦਾ। ਇਸ ਕਾਰਨ ਜਿਹੜੀ ਬਟ ਇੰਡੀਫਰੈਂਸ ਕਰਵ ਕੀ ਕਹਿੰਦੀ ਹੈ ਕਿ ਲੈਵਲ ਆਫ ਸੈਟਿਸਫੈਕਸ਼ਨ ਉਹ ਕੋਈ ਵੀ ਕੰਬੀਨੇਸ਼ਨ ਨੂੰ ਚੂਜ਼ ਕਰੇ ਬਟ ਉਸਦਾ ਲੈਵਲ ਆਫ ਸੈਟਿਸਫੈਕਸ਼ਨ ਚੇਂਜ ਨਹੀਂ ਹੁੰਦਾ। ਇਸ ਲਈ ਜਿਹੜੀ ਇੰਡੀਫਰੈਂਸ ਕਰਵ ਐਮਬੀ ਲਾਈਨ ਵਰਟੀਕਲ ਨਹੀਂ ਹੋ ਸਕਦੀ, ਦੈਟ ਮੀਨਸ ਇਹ ਪੋਸੀਬਲ ਨਹੀਂ ਹੈਗਾ। ਨੈਕਸਟ ਇਜ਼ ਅਗਰ ਇੰਡੀਫਰੈਂਸ ਕਰਵ ਹੌਰੀਜ਼ੋਂਟਲ ਹੁੰਦੀ ਹੈ, ਅਗਰ ਪੀ ਐਨ ਕੀ ਆ ਹੌਰੀਜ਼ੋਂਟਲ ਵਰਟੀਕਲ ਲਾਈਨ। ਸੀ ਕੰਬੀਨੇਸ਼ਨ ਵਿੱਚ ਦੇਖੋ ਔਰੰਜ ਦੀ ਕੁਆਂਟਿਟੀ ਪਰਚੇਜ਼ ਕਰਦਾ ਓਪੀ, ਓ ਆਰ ਪਰਚੇਜ਼ ਕਰਦਾ ਐਪਲ। ਐਚ ਕੰਬੀਨੇਸ਼ਨ ਵਿੱਚ ਦੇਖੋ ਐਪਲ ਦੀ ਕੁਆਂਟਿਟੀ ਇਨਕਰੀਜ਼ ਹੋ ਕੇ ਹੋਗੀ ਓ ਕਿਊ ਬਟ ਔਰੰਜ ਦੀ ਕੁਆਂਟਿਟੀ ਸੇਮ ਰਹੀ। ਦੈਟ ਮੀਨਸ ਕਿ ਜਿਹੜਾ ਹੌਰੀਜ਼ੋਂਟਲ ਲਾਈਨ ਇੰਡੀਫਰੈਂਸ ਕਰਵ ਹੌਰੀਜ਼ੋਂਟਲ ਲਾਈਨ ਵੀ ਨਹੀਂ ਹੋ ਸਕਦੀ ਕਿਉਂਕਿ ਇਸ ਦੇ ਨਾਲ ਵੀ ਇਸਦੇ ਲੈਵਲ ਆਫ ਸੈਟਿਸਫੈਕਸ਼ਨ ਦੇ ਵਿੱਚ ਚੇਂਜ ਹੋਏਗਾ। ਅਗਰ ਇਨ ਕੇਸ ਇੰਡੀਫਰੈਂਸ ਕਰਵ ਅਪਵਰਡ ਸਲੋਪਿੰਗ ਹੁੰਦੀ ਆ, ਇਸ ਵਿੱਚ ਦੇਖੋ ਐਪਲ ਓ ਆਰ ਪਰਚੇਜ਼ ਕਰਦਾ ਸੀ ਕੰਬੀਨੇਸ਼ਨ ਵਿੱਚ, ਔਰੰਜ ਓਈ। ਇਹ ਬੀ ਕੰਬੀਨੇਸ਼ਨ ਵਿੱਚ ਐਪਲ ਦੀ ਕੁਆਂਟਿਟੀ ਇਨਕਰੀਜ਼ ਕਰ ਰਿਹਾ, ਔਰੰਜ ਦੀ ਵੀ। ਏ ਕੰਬੀਨੇਸ਼ਨ ਵਿੱਚ ਐਪਲ ਦੀ ਵੀ ਇਨਕਰੀਜ਼ ਕਰ ਰਿਹਾ ਐਂਡ ਔਰੰਜ ਦੀ ਵੀ। ਦੈਟ ਮੀਨਸ ਕਿ ਉਹ ਦੋਨੋਂ ਦੀ ਕੁਆਂਟਿਟੀ ਨੂੰ ਇਨਕਰੀਜ਼ ਕਰ ਰਿਹਾ। ਦੈਟ ਮੀਨਸ ਕਿ ਉਸਦੇ ਲੈਵਲ ਆਫ ਸੈਟਿਸਫੈਕਸ਼ਨ ਵਿੱਚ ਇਨਕਰੀਜ਼ ਹੁੰਦਾ ਜਾਏਗਾ, ਇਸ ਲਈ ਇਹ ਵੀ ਪੋਸੀਬਲ ਨਹੀਂ ਹੈਗਾ। ਲਾਸਟ ਦੇਖੋ ਇੱਕ ਕੰਜ਼ਿਊਮਰ ਆ, ਉਹ ਪਹਿਲਾਂ ਕੀ ਕਰਦਾ ਏ ਕੰਬੀਨੇਸ਼ਨ ਵਿੱਚ ਦੇਖੋ ਏ ਕੰਬੀਨੇਸ਼ਨ ਵਿੱਚ ਉਹ ਓ ਡੀ ਔਰੰਜ ਦੀ ਕੁਆਂਟਿਟੀ ਨੂੰ ਪਰਚੇਜ਼ ਕਰਦਾ ਹੈ ਅਤੇ ਓ ਆਰ ਐਪਲ ਦੀ। ਅਗਰ ਕੰਜ਼ਿਊਮਰ ਚਾਹੁੰਦਾ ਹੈ ਕਿ ਮੈਂ ਐਪਲ ਦੀ ਕੁਆਂਟਿਟੀ ਜ਼ਿਆਦਾ ਲਵਾਂ, ਦੈਟ ਮੀਨਸ ਓ ਐਮ, ਅਤੇ ਉਹ ਕੀ ਕਰ ਰਿਹਾ ਕੁਛ ਸੈਕਰੀਫਾਈਸ ਕਰ ਰਿਹਾ ਔਰੰਜ ਦੀ ਕੁਆਂਟੀਟੀਜ਼ ਨੂੰ। ਦੈਟ ਮੀਨਸ ਕਿ ਉਹ ਕੀ ਪਰਚੇਜ਼ ਕਰ ਰਿਹਾ ਓ ਸੀ, ਸੈਕਰੀਫਾਈਸ ਕਿੰਨਾ ਕਰ ਰਿਹਾ ਡੀ ਸੀ, ਇਹ ਕੁਆਂਟਿਟੀ ਨੂੰ ਸੈਕਰੀਫਾਈਸ ਕਰ ਰਿਹਾ ਤਾਂ ਕਿ ਉਸਦਾ ਜਿਹੜਾ ਲੈਵਲ ਆਫ ਸੈਟਿਸਫੈਕਸ਼ਨ ਆ ਉਹ ਸੇਮ ਰਹੇ। ਦੈਟ ਮੀਨਸ ਜਿਹੜੀ ਇੰਡੀਫਰੈਂਸ ਕਰਵ ਕੀ ਬਣੇਗੀ ਉਹ ਡਾਊਨਵਰਡ ਸਲੋਪਿੰਗ ਬਣੇਗੀ, ਨੈਗੇਟਿਵ। ਨੈਕਸਟ ਅਜ਼ੰਪਸ਼ਨ ਇਜ਼ ਕਨਵੈਕਸ ਟੂ ਦੀ ਪੁਆਇੰਟ ਆਫ ਓਰੀਜਨ। ਜਿਹੜੀ ਇੰਡੀਫਰੈਂਸ ਕਰਵ ਹੁੰਦੀ ਆ ਉਹ ਪੁਆਇੰਟ ਆਫ ਰੀਜ਼ਨ ਕਿਸ ਨੂੰ ਕਹਿੰਦੇ ਨੇ, ਇਸ ਨੂੰ ਉਹ ਪੁਆਇੰਟ ਤੋਂ ਜਦੋਂ ਸਟਾਰਟ ਹੁੰਦਾ ਇਸ ਨੂੰ ਬੋਲਦੇ ਆ ਪੁਆਇੰਟ ਆਫ ਓਰੀਜਨ। ਪੁਆਇੰਟ ਆਫ ਓਰੀਜਨ ਦੇ ਵੱਲ ਕੀ ਹੁੰਦੀ ਆ ਕਨਵੈਕਸ ਹੁੰਦੀ ਆ। ਜਿਹੜੀ ਇਹ ਪ੍ਰੋਪਰਟੀ ਹੈ ਇੰਡੀਫਰੈਂਸ ਕਰਵ ਦੀ ਕਿਸ 'ਤੇ ਬੇਸਡ ਆ, ਲਾਅ ਆਫ ਡਿਮਿਨਿਸ਼ਿੰਗ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਦੇ ਉੱਪਰ ਬੇਸਡ ਆ। ਅਗਰ ਇੰਡੀਫਰੈਂਸ ਕਰਵ ਕਹਿੰਦੇ ਕਨਵੈਕਸ ਨਹੀਂ ਹੁੰਦੀ ਪੁਆਇੰਟ ਆਫ ਰੀਜ਼ਨ ਤੋਂ, ਦੈਨ ਇਟ ਕੈਨ ਬੀ ਈਦਰ ਬੀ ਅ ਸਟ੍ਰੇਟ ਲਾਈਨ ਔਰ ਕਨਕੇਵ, ਬਟ ਇਟ ਕੈਨ ਬੀ ਪ੍ਰੂਵਡ ਵਿਦ ਦੀ ਹੈਲਪ ਆਫ ਫਿਗਰ 5 ਦੇ ਹੈਲਪ ਦੇ ਨਾਲ ਅਸੀਂ ਇਹ ਪ੍ਰੂਵ ਕਰ ਸਕਦੇ ਹਾਂ ਕਿ ਜਿਹੜੀ that on the basis of assumption of the law of diminishing margin rate of substitution both these situation are not possible। ਫਿਗਰ 5A ਦੇ ਵਿੱਚ ਦੇਖੋ ਜਿਹੜੀ ਇੰਡੀਫਰੈਂਸ ਕਰਵ ਆ ਉਹ ਡਾਊਨਵਰਡ ਸਲੋਪਿੰਗ ਸਟ੍ਰੇਟ ਲਾਈਨ ਬਣਾਈ ਗਈ ਆ। ਇਹ ਦੇਖੋ it signifies that margin rates of substitution of apple for orange remain constant। ਦੈਟ ਮੀਨਸ ਕਿ ਜਦੋਂ ਇੱਕ ਪਰਸਨ 4 ਔਰੰਜ ਲੈਂਦਾ ਸੀ ਅਤੇ ਐਪਲ 1 ਲੈਂਦਾ ਸੀ, ਔਰੰਜ 3 ਲੈਣ ਲੱਗਿਆ, ਐਪਲ 2, ਐਪਲ ਇਨਕਰੀਜ਼ ਕੀਤਾ 3, ਔਰੰਜ 2 ਲੈਣ ਲੱਗ ਪਿਆ। ਦੈਟ ਮੀਨਸ ਕਿ ਜਿਹੜਾ ਡਿਮਿਨਿਸ਼ਿੰਗ ਕਰ ਰਿਹਾ ਸਬਸਟੀਟਿਊਟ ਤਾਂ ਕਰ ਰਿਹਾ ਬਟ ਡਿਮਿਨਿਸ਼ਿੰਗ ਰੇਟ 'ਤੇ ਨਹੀਂ ਕਰ ਰਿਹਾ। ਜਿਵੇਂ ਕਿ ਅਸੀਂ ਆਪਣੇ ਪਹਿਲੇ ਲੈਕਚਰ ਵਿੱਚ ਕੀਤਾ ਸੀ ਕਿ ਅਗਰ ਇੱਕ ਕੰਜ਼ਿਊਮਰ 2 ਗੁੱਡਸ ਲੈਂਦਾ, ਅਗਰ ਇੱਕ ਗੁੱਡਸ ਦੀ ਕੁਆਂਟਿਟੀ ਨੂੰ ਇਨਕਰੀਜ਼ ਕਰਦਾ ਅਤੇ ਦੂਸਰੀ ਗੁੱਡਸ ਦੀ ਜਿਹੜੀ ਕੁਆਂਟਿਟੀ ਨੂੰ ਉਹ ਡਿਕਰੀਜ਼ ਕਰਦਾ ਉਹ ਡਿਮਿਨਿਸ਼ਿੰਗ ਰੇਟ 'ਤੇ ਕਰਦਾ ਸੀ, ਜਿਵੇਂ ਕਿ 3:1, 2:1, 1:1। ਬਟ ਇਸ ਵਿੱਚ ਜਿਹੜਾ ਰੇਸ਼ੋ ਕੀ ਆ 1:1 'ਤੇ ਕਰ ਰਿਹਾ। ਦੈਟ ਮੀਨ ਡਿਮਿਨਿਸ਼ਿੰਗ ਰੇਟ 'ਤੇ ਨਹੀਂ ਕਰ ਰਿਹਾ, ਇੱਕ ਕੁਆਂਟਿਟੀ ਨੂੰ ਇਨਕਰੀਜ਼ ਕਰ ਰਿਹਾ ਅਤੇ ਇੱਕ ਹੀ ਡਿਕਰੀਜ਼ ਕਰ ਰਿਹਾ। ਇਸ ਲਈ ਜਿਹੜੀ ਲਾਅ ਸਟ੍ਰੇਟ ਲਾਈਨ ਨਹੀਂ ਹੋ ਸਕਦੀ ਇੰਡੀਫਰੈਂਸ ਕਰਵ। ਸੈਕਿੰਡ ਫਿਗਰ ਦੇ ਵਿੱਚ ਦੇਖੋ ਇੰਡੀਫਰੈਂਸ ਕਰਵ ਇਹਦੇ ਵਿੱਚ ਕੀ ਬਣਾਈ ਗਈ ਹੈ ਕਨਕੇਵ ਬਣਾਈ ਗਈ ਆ ਪੁਆਇੰਟ ਆਫ ਦੀ ਓਰੀਜਨ। ਸੈਕਿੰਡ ਫਿਗਰ ਦੇ ਵਿੱਚ ਕਨਕੇਵ ਆ ਇੰਡੀਫਰੈਂਸ ਕਰਵ। ਦੈਟ ਮੀਨਸ ਕਿ ਜਦੋਂ ਇੱਕ ਪਰਸਨ 1 ਐਪਲ ਲੈਂਦਾ ਸੀ ਅਤੇ 10 ਔਰੰਜ, ਐਪਲ ਦੀ ਉਹਨੇ ਕੁਆਂਟਿਟੀ ਇਨਕਰੀਜ਼ ਕਰਕੇ 2 ਕੀਤੀ, ਔਰੰਜ ਸੈਕਰੀਫਾਈਸ ਕੀਤਾ 1, 9। ਨੈਕਸਟ ਐਪਲ ਇਨਕਰੀਜ਼ ਕੀਤੇ 3 ਐਪਲ, ਸੈਕਰੀਫਾਈਸ ਕਿੰਨਾ ਹੋ ਗਿਆ 6। ਦੈਟ ਮੀਨਸ ਉਸਨੇ ਪਹਿਲਾਂ ਸੈਕਰੀਫਾਈਸ ਕੀਤਾ 1:1, ਫਿਰ ਸੈਕਰੀਫਾਈਸ ਕੀਤਾ 3:1, ਫਿਰ ਕੀਤਾ 5:1। ਦੈਟ ਮੀਨਸ ਉਹ ਸੈਕਰੀਫਾਈਸ ਕਿਵੇਂ ਕਰ ਰਿਹਾ ਇਨਕਰੀਜ਼ਿੰਗ ਰੇਟ 'ਤੇ, ਕਿ ਇੱਕ ਐਕਸਟਰਾ ਐਪਲ ਲੈਣ ਦੇ ਲਈ ਉਹ ਔਰੰਜ ਦਾ ਸੈਕਰੀਫਾਈਸ ਕਰ ਰਿਹਾ ਬਟ ਇਨਕਰੀਜ਼ਿੰਗ ਰੇਟ 'ਤੇ। ਬਟ ਜਿਹੜੀ ਇੰਡੀਫਰੈਂਸ ਕਰਵ ਦੀ ਪ੍ਰੋਪਰਟੀ ਆ
ਇਹ ਕਿਸ ਲਾਅ 'ਤੇ ਬੇਸਡ ਆ? ਲਾਅ ਆਫ ਡਿਮੀਨਿਸ਼ਿੰਗ ਮਾਰਜਨ ਰੇਟ ਆਫ ਸਬਸਟੀਟਿਊਸ਼ਨ, ਮਤਲਬ ਕਿ ਜਿਹੜਾ ਅਸੀਂ ਸਬਸਟੀਟਿਊਸ਼ਨ ਕਰਨਾ ਹੈ ਉਹ ਡਿਮੀਨਿਸ਼ਿੰਗ ਰੇਟ 'ਤੇ ਕਰਨਾ ਇਸ ਤਰ੍ਹਾਂ। ਥਰਡ ਵਿੱਚ ਦੇਖੋ ਲਾਅ ਜਿਹੜੀ ਇੰਡੀਫਰੈਂਸ ਕਰਵ ਇੱਕ ਕਨਵੈਕਸ ਬਣਾਈ ਗਈ ਆ। ਦੈਟ ਮੀਨਸ ਇਸ ਤਰ੍ਹਾਂ ਦੀ ਕਿ ਜਦੋਂ ਇੱਕ ਪਰਸਨ 10 ਐਪਲ ਲੈਂਦਾ, ਐਪਲ 1 ਲੈਂਦਾ ਸੀ, ਔਰੰਜ 10, ਐਪਲ ਦੀ ਕੁਆਂਟਿਟੀ ਇਨਕਰੀਜ਼ ਹੋਈ 2, ਐਪਲ ਕਿੰਨੇ ਹੋ ਗਏ 3। ਦੈਟ ਮੀਨਸ ਇੱਕ ਐਕਸਟਰਾ ਐਪਲ ਲੈਣ ਦੇ ਲਈ ਉਹਨੇ ਕਿੰਨੇ ਐਪਲ ਦਾ ਸੈਕਰੀਫਾਈਸ ਕੀਤਾ 3। ਨੈਕਸਟ ਐਪਲ ਇਨਕਰੀਜ਼ ਕੀਤੇ 3 ਹੋ ਗਏ, ਇੱਕ ਐਕਸਟਰਾ ਯੂਨਿਟ ਇਨਕਰੀਜ਼ ਕੀਤੀ, ਸੈਕਰੀਫਾਈਸ ਕਿੰਨਾ ਹੋ ਗਿਆ 2, 7 to 5 ਹੋ ਗਿਆ। ਇੱਕ ਹੋਰ ਐਪਲ ਦੀ ਕੁਆਂਟਿਟੀ ਇਨਕਰੀਜ਼ ਕੀਤੀ 4, ਸੈਕਰੀਫਾਈਸ ਕਿੰਨਾ ਹੋ ਗਿਆ 4। ਦੈਟ ਮੀਨਸ ਸਿਰਫ ਇੱਕ ਕੁਆਂਟਿਟੀ ਨੂੰ ਸੈਕਰੀਫਾਈਸ ਕੀਤਾ। ਇਸ ਤਰ੍ਹਾਂ ਥਰਡ ਫਿਗਰ ਦੇ ਵਿੱਚ ਕਿ ਜਿਵੇਂ ਜਿਵੇਂ ਇੱਕ ਪਰਸਨ ਆਪਣੀ ਐਪਲ ਦੀ ਕੁਆਂਟਿਟੀ ਨੂੰ ਇਨਕਰੀਜ਼ ਕਰ ਰਿਹਾ, ਪਰਸਨ ਔਰੰਜ ਦੀ ਕੁਆਂਟਿਟੀ ਨੂੰ ਸੈਕਰੀਫਾਈਸ ਕਰ ਰਿਹਾ ਬਟ ਡਿਮਿਨਿਸ਼ਿੰਗ ਰੇਟ 'ਤੇ। ਪਹਿਲਾਂ ਉਸਨੇ 3 ਸੈਕਰੀਫਾਈਸ ਕੀਤੇ, ਫਿਰ 2 ਸੈਕਰੀਫਾਈਸ ਕੀਤੇ, ਫਿਰ 1 ਸੈਕਰੀਫਾਈਸ ਕੀਤਾ। ਇਸ ਲਈ ਜਿਹੜੀ ਇੰਡੀਫਰੈਂਸ ਕਰਵ ਆ ਉਹ ਕੀ ਹੁੰਦੀ ਆ? ਕਨਵੈਕਸ ਹੁੰਦੀ ਆ ਪੁਆਇੰਟ ਆਫ ਰੀਜ਼ਨ 'ਤੇ। ਕਿਸ ਲਾਅ 'ਤੇ ਬੇਸਡ ਆ? ਲਾਅ ਆਫ ਡਿਮਿਨਿਸ਼ਿੰਗ ਮਾਰਜਨ ਰੇਟ ਆਫ ਸਬਸਟੀਟਿਊਸ਼ਨ 'ਤੇ। ਨੈਕਸਟ ਇਜ਼ ਟੂ ਇੰਡੀਫਰੈਂਸ ਕਰਵ ਨੈਵਰ ਕੱਟ ਈਚ ਅਦਰ। ਹਰ ਇੱਕ ਇੰਡੀਫਰੈਂਸ ਕਰਵ ਡਿਫਰੈਂਟ ਲੈਵਲ ਆਫ ਸੈਟਿਸਫੈਕਸ਼ਨ ਨੂੰ ਰਿਪਰੈਜ਼ੈਂਟ ਕਰਦੀ ਆ। ਸੋ ਇਸ ਕਰਕੇ ਜਿਹੜੀਆਂ ਦੋ ਇੰਡੀਫਰੈਂਸ ਕਰਵ ਆ ਉਹ ਇੱਕ ਦੂਸਰੇ ਨੂੰ ਕੱਟ ਨਹੀਂ ਕਰ ਸਕਦੀਆਂ। ਫਿਗਰ 6 ਦੇ ਵਿੱਚ ਦੇਖੋ A ਪੁਆਇੰਟ 'ਤੇ ਜਿਹੜੇ ਦੋ ਇੰਡੀਫਰੈਂਸ ਕਰਵ ਆ ਇੱਕ ਦੂਸਰੇ ਨੂੰ ਕੱਟ ਕਰ ਰਹੀਆਂ, ਬਟ ਐਕਚੁਅਲ ਦੇ ਵਿੱਚ ਦੋ ਇੰਡੀਫਰੈਂਸ ਕਰਵ ਇੱਕ ਦੂਸਰੇ ਨੂੰ ਕੱਟ ਨਹੀਂ ਕਰ ਸਕਦੀਆਂ, ਇਸ ਲਈ ਇਹ ਕੀ ਪੋਸੀਬਲ ਨਹੀਂ ਹੈਗਾ। ਨੈਕਸਟ ਇਜ਼ ਹਾਇਰ ਇੰਡੀਫਰੈਂਸ ਕਰਵ represent more satisfaction. In indifference map, higher indifference curve represent those combinations which yield more satisfaction than the combination on the lower indifference curve. ਫਿਗਰ 7 ਦੇ ਵਿੱਚ ਦੇਖੋ ਦੋ ਇੰਡੀਫਰੈਂਸ ਕਰਵ ਬਣਾਈਆਂ ਗਈਆਂ। IC1 ਲੋਅਰ ਇੰਡੀਫਰੈਂਸ ਕਰਵ, IC2 ਇਜ਼ ਹਾਇਰ ਇੰਡੀਫਰੈਂਸ ਕਰਵ। ਪੁਆਇੰਟ B ਦੇ ਉੱਪਰ ਦੇਖੋ IC ਜੋ ਕਿ ਇੰਡੀਫਰੈਂਸ ਕਰਵ 2 ਦੇ ਵਿੱਚ ਆ, ਉਸ ਦੇ ਵਿੱਚ ਯੂਨਿਟਸ ਆਫ ਐਪਲ A ਪੁਆਇੰਟਸ ਦੇ ਨਾਲੋਂ ਜ਼ਿਆਦਾ ਹੈ ਅਤੇ ਔਰੰਜ ਦੀ ਕੁਆਂਟਿਟੀ ਸੇਮ ਆ। ਦੈਟ ਮੀਨਸ ਕਿ ਉਸਨੂੰ B ਦੈਟ ਮੀਨਸ ਹਾਇਰ ਇੰਡੀਫਰੈਂਸ ਕਰਵ ਉਹ ਕੰਬੀਨੇਸ਼ਨ ਨੂੰ ਸ਼ੋ ਕਰਦੇ ਜਿਸ ਤੋਂ ਕੰਜ਼ਿਊਮਰ ਨੂੰ ਕੀ ਮਿਲਦਾ? ਸੈਟਿਸਫੈਕਸ਼ਨ ਜ਼ਿਆਦਾ। ਕਿਉਂਕਿ ਇੰਡੀਫਰੈਂਸ ਕਰਵ 1 ਦੇ ਵਿੱਚ ਦੇਖੋ ਜਿਹੜੀ ਲੋਅਰ ਆ ਉਸੇ A ਕੰਬੀਨੇਸ਼ਨ ਵਿੱਚ 3 ਔਰੰਜ ਐਂਡ 2 ਐਪਲ ਆ। ਹਾਇਰ ਇੰਡੀਫਰੈਂਸ ਕਰਵ ਦੇ B ਕੰਬੀਨੇਸ਼ਨ ਵਿੱਚ ਦੇਖੋ ਔਰੰਜ ਦੀ ਕੁਆਂਟਿਟੀ ਸੇਮ ਆ ਬਟ ਐਪਲ ਜ਼ਿਆਦਾ। ਦੈਟ ਮੀਨਸ ਕਿ ਲੈਵਲ ਆਫ ਸੈਟਿਸਫੈਕਸ਼ਨ ਵੀ ਜ਼ਿਆਦਾ ਹੋਏਗੀ, ਇਸ ਲਈ ਜਿਹੜੀ ਹਾਇਰ ਇੰਡੀਫਰੈਂਸ ਕਰਵ ਆ ਉਹ ਮੋਰ ਸੈਟਿਸਫੈਕਸ਼ਨ ਦਿੰਦੀ ਆ। ਨੈਕਸਟ ਇਜ਼ ਇੰਡੀਫਰੈਂਸ ਕਰਵ ਟੱਚ ਨੀਦਰ X ਐਕਸਿਸ ਔਰ Y ਐਕਸਿਸ। ਇਹ ਅਜ਼ਿਊਮ ਕੀਤਾ ਜਾਂਦਾ ਹੈ ਕਿ ਇੰਡੀਫਰੈਂਸ ਕਰਵ ਐਨਾਲਾਈਸਿਸ ਦੇ ਵਿੱਚ ਜਿਹੜਾ ਕੰਜ਼ਿਊਮਰ ਆ ਉਹ ਦੋ ਗੁੱਡਸ 'ਤੇ ਡਿਫਰੈਂਟ ਕੁਆਂਟੀਟੀਜ਼ ਜਾਂ ਡਿਫਰੈਂਟ ਕੰਬੀਨੇਸ਼ਨ ਨੂੰ ਬਾਏ ਕਰਦਾ ਹੈ, ਬਟ ਕਹਿੰਦੇ ਇਸ ਲਈ ਇੰਡੀਫਰੈਂਸ ਕਰਵ ਨਾ ਹੀ X ਐਕਸਿਸ ਨੂੰ ਟੱਚ ਕਰਦੀ ਹੈ ਨਾ ਹੀ Y ਐਕਸਿਸ ਨੂੰ। ਇਨ ਕੇਸ ਐਨ ਇੰਡੀਫਰੈਂਸ ਕਰਵ ਟੱਚ ਈਦਰ ਐਕਸਿਸ, it means that the consumer wants only one commodity and his demand for the second commodity is 0. ਅਗਰ ਕਹਿੰਦੇ ਜਿਹੜੀ ਆ ਇੰਡੀਫਰੈਂਸ ਕਰਵ ਕਿਸੇ ਐਕਸਿਸ ਨੂੰ ਟੱਚ ਕਰਦੀ OY ਜਾਂ OX ਨੂੰ, ਉਹਦਾ ਮਤਲਬ ਇਹ ਆ ਕਿ ਉਹ ਸਿਰਫ ਇੱਕ ਹੀ ਕੁਆਂਟਿਟੀ ਨੂੰ ਪਰਚੇਜ਼ ਕਰਨਾ ਚਾਹੁੰਦਾ, ਦੂਸਰੀ ਗੁੱਡਸ ਦੀ ਜਿਹੜੀ ਉਹਦੀ ਡਿਮਾਂਡ ਆ ਉਹ ਕੀ ਹੋਏਗੀ 0। ਅਗਰ ਕਹਿੰਦੇ ਐਨ ਇੰਡੀਫਰੈਂਸ ਕਰਵ ਮੇ ਟੱਚ X ਐਕਸਿਸ, ਅਗਰ ਇੰਡੀਫਰੈਂਸ ਕਰਵ ਦੇ OYX ਦੇ ਮਨੀ ਨੂੰ ਰਿਪਰਜੈਂਟ ਕੀਤਾ ਹੈ, ਔਰੰਜ ਲੈ ਲਓ ਤੁਸੀਂ ਇਸ 'ਤੇ, ਅਗਰ OY ਤੇ ਔਰੰਜ ਨੂੰ ਐਂਡ OX ਤੇ ਐਪਲਸ ਨੂੰ ਰਿਪਰਜੈਂਟ ਕੀਤਾ ਗਿਆ। M ਜਿਹੜਾ ਇਟ ਮੀਨਸ ਜਿਹੜੀ ਇੰਡੀਫਰੈਂਸ ਕਰਵ ਆ ਉਹ OY ਐਕਸਿਸ ਨੂੰ ਟੱਚ ਕਰ ਰਹੀ ਹੈ। ਦੈਟ ਮੀਨਸ ਕਿ ਉਹ ਕੀ ਚਾਹੁੰਦਾ ਆ, M ਪੁਆਇੰਟਸ ਦੇ ਉੱਪਰ ਕੀ ਸ਼ੋ ਹੋ ਰਿਹਾ ਕਿ ਜਿਹੜਾ ਕੰਜ਼ਿਊਮਰ ਆ ਉਹ ਔਰੰਜ ਦੀ ਹੀ ਸਾਰੀ ਕੁਆਂਟਿਟੀ ਨੂੰ ਪਰਚੇਜ਼ ਕਰਨਾ ਚਾਹੁੰਦਾ ਆ ਅਤੇ ਜਿਹੜੀ ਐਪਲ ਸੀ ਕੋਈ ਵੀ ਕੁਆਂਟਿਟੀ ਨੂੰ ਪਰਚੇਜ਼ ਨਹੀਂ ਕਰਨਾ ਚਾਹੁੰਦਾ। ਐਨ ਪੁਆਇੰਟ 'ਤੇ ਕੀ ਆ, ਉਹ OP ਕੁਆਂਟਿਟੀ ਔਰੰਜ ਦੀ ਪਰਚੇਜ਼ ਕਰਨਾ ਚਾਹੁੰਦਾ ਐਂਡ OQ ਕੁਆਂਟਿਟੀ ਐਪਲ ਸੀ। ਦੈਟ ਮੀਨਸ ਕਿ ਜਿਹੜਾ OM ਪੁਆਇੰਟਸ ਆ ਅਤੇ ਜਿਹੜਾ N ਪੁਆਇੰਟਸ ਆ ਦੋਨਾਂ ਤੋਂ ਜਿਹੜਾ ਲੈਵਲ ਆਫ ਸੈਟਿਸਫੈਕਸ਼ਨ ਉਸਨੂੰ ਕੀ ਮਿਲੇਗਾ? ਸੇਮ ਮਿਲੇਗਾ। 6 ਨੈਕਸਟ ਇਜ਼ ਇੰਡੀਫਰੈਂਸ ਕਰਵ ਨੀਡ ਨੋਟ ਟੂ ਬੀ ਪੈਰਲਰ ਟੂ ਈਚ ਅਦਰ। ਜ਼ਰੂਰੀ ਨਹੀਂ ਆ ਕਿ ਇੰਡੀਫਰੈਂਸ ਕਰਵ ਇੱਕ ਦੂਸਰੇ ਦੇ ਬਿਲਕੁਲ ਪੈਰਲਰ ਹੋਣ। ਦੈਟ ਮੀਨ ਜ਼ਰੂਰੀ ਨਹੀਂ ਹੋ ਕਿ ਹਰ ਇੱਕ ਦੂਸਰੇ ਦੇ ਪੈਰਲਰ ਹੋਣ, ਸਾਰੀਆਂ ਇੱਕ ਦੂਸਰੇ ਤੋਂ ਅਲੱਗ ਇੰਡੀਫਰੈਂਸ ਹੋ ਸਕਦੀਆਂ ਆ। ਇਹ ਕਿਸ ਚੀਜ਼ 'ਤੇ ਡਿਪੈਂਡ ਕਰਦਾ ਹੈ? ਮਾਰਜਨ ਰੇਟ ਆਫ ਸਬਸਟੀਟਿਊਸ਼ਨ ਦੇ ਉੱਪਰ ਡਿਪੈਂਡ ਕਰਦਾ ਹੈ।
Next is indifference curve become complex in case of more than 2 commodities. ਜਦੋਂ ਕੋਮੋਡਿਟੀਜ਼ 2 ਤੋਂ ਜ਼ਿਆਦਾ ਹੋ ਜਾਣ, ਦੈਟ ਮੀਨਸ 3 ਕੋਮੋਡਿਟੀਜ਼ ਹੋ ਜਾਣ, ਦੈਨ ਉਸ ਕੇਸ ਦੇ ਵਿੱਚ 3 ਡਾਇਮੈਂਸ਼ਨ ਆਫ ਇੰਡੀਫਰੈਂਸ ਕਰਵ ਨੂੰ ਡਰੋ ਕਰਨਾ ਬਹੁਤ ਕੰਪਲੈਕਸ ਹੋ ਜਾਂਦਾ ਹੈ। ਇਸ ਲਈ ਇੰਡੀਫਰੈਂਸ ਕਰਵ ਕੰਪਲੈਕਸ ਹੁੰਦਾ ਆ ਨੂੰ ਡਰੋ ਕਰਨਾ ਮੋਰ ਦੈਨ 2 ਕੋਮੋਡਿਟੀਜ਼ ਦੇ ਕੇਸ ਵਿੱਚ। ਨੈਕਸਟ ਇਜ਼ some special shapes of indifference curve. ਇੰਡੀਫਰੈਂਸ ਕਰਵ ਨੋਰਮਲੀ ਜਿਹੜੀ ਇੰਡੀਫਰੈਂਸ ਕਰਵ ਦੀ ਸ਼ੇਪ ਹੁੰਦੀ ਆ ਫੋਰ ਨੋਰਮਲ ਗੁੱਡਸ ਦੇ ਲਈ ਕਨਵੈਕਸ ਹੁੰਦੀ ਆ ਪੁਆਇੰਟ ਆਫ ਰੀਜ਼ਨ ਦੇ ਲਈ, ਪੁਆਇੰਟ ਆਫ ਰੀਜ਼ਨ ਉਹਦੇ ਤੱਕ ਵਿੱਚ, ਬਟ ਇਨ ਡਿਫਰੈਂਟ ਸਿਚੁਏਸ਼ਨਸ ਦੇਅਰ ਸ਼ੇਪ ਕੈਨ ਵੈਰੀ, ਦੈਟ ਮੀਨਸ ਉਹਨਾਂ ਦੀ ਸ਼ੇਪ ਚੇਂਜ ਹੋ ਸਕਦੀ ਆ। ਕੌਨਸੀਕੁਐਂਟਲੀ ਇੰਡੀਫਰੈਂਸ ਕਰਵ ਮੇ ਅਜ਼ਿਊਮ ਦੀ ਫੋਲੋਇੰਗ ਸ਼ੇਪਸ, ਸਟ੍ਰੇਟ ਲਾਈਨ ਇੰਡੀਫਰੈਂਸ ਕਰਵ ਹੋ ਸਕਦੀ ਹੈ ਐਂਡ ਐਲ ਸ਼ੇਪਡ ਜਾਂ ਰਾਈਟ ਐਂਗਲ ਇੰਡੀਫਰੈਂਸ ਕਰਵ ਹੋ ਸਕਦੀ ਹੈ। ਫਸਟ, ਸਟ੍ਰੇਟ ਲਾਈਨ ਇੰਡੀਫਰੈਂਸ ਕਰਵ। अगर if two goods are perfect substitutes for each other, then their indifference curve may be straight line with the negative slope as shown in figure 10. Straight line indifference curve अगर ਜਿਹੜੀਆਂ ਦੋ ਗੁੱਡਸ ਆ ਜੇ ਪਰਫੈਕਟ ਸਬਸਟੀਟਿਊਟਸ ਆ ਇੱਕ ਦੂਸਰੇ ਦੇ ਲਈ, ਸਪੋਜ਼ ਕਿ ਪੈਪਸੀ ਐਂਡ ਕੋਕ ਆ, ਕੋਕ ਡਰਿੰਕਸ, ਇਹ ਕੀ ਆ ਪਰਫੈਕਟ ਸਬਸਟੀਟਿਊਟ ਆ ਆਫ ਈਚ ਅਦਰ। ਅਗਰ ਅਸੀਂ 1 ਲੀਟਰ ਆਫ ਪੈਪਸੀ ਦੀ ਜਗ੍ਹਾ 'ਤੇ ਇੱਕ ਕੰਜ਼ਿਊਮਰ 1 ਲੀਟਰ ਆਫ ਕੋਕ ਨੂੰ ਬਾਏ ਕਰ ਲੈਂਦਾ ਹੈ ਤਾਂ ਉਸਦੇ ਲੈਵਲ, ਟੋਟਲ ਲੈਵਲ ਆਫ ਸੈਟਿਸਫੈਕਸ਼ਨ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ। ਦੈਟ ਮੀਨਸ ਉਸਦਾ ਸੈਟਿਸਫੈਕਸ਼ਨ ਕੀ ਰਹਿੰਦਾ, ਅਨਚੇਂਜ ਰਹਿੰਦਾ ਆ। ਅਗਰ ਉਹ 1 ਲੀਟਰ ਪੈਪਸੀ ਦੀ ਜਗ੍ਹਾ 1 ਲੀਟਰ ਕੋਕ ਨੂੰ ਬਾਏ ਕਰ ਲੈਂਦਾ, ਦੈਨ ਇਸ ਕਾਈਂਡਸ ਆਫ ਗੁੱਡਸ ਦੇ ਵਿੱਚ ਜਿਹੜਾ ਇੰਡੀਫਰੈਂਸ ਕਰਵ ਆ ਉਹ ਕਨਵੈਕਸ ਨਹੀਂ ਹੁੰਦਾ ਪੁਆਇੰਟ ਆਫ ਰੀਜ਼ਨ ਦੇ ਵੱਲ, ਉਹ ਕੀ ਹੁੰਦਾ ਆ ਸਟ੍ਰੇਟ ਲਾਈਨ ਹੁੰਦਾ ਹੈ। ਲਾਈਕ ਇਸ ਡਾਇਗਰਾਮ ਦੇ ਵੀ ਸ਼ੋ ਕੀਤਾ ਗਿਆ ਕਿ ਜਿਹੜੀ ਕਿ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਕਿੰਨਾ ਆ 1 ਆ, ਕਿ ਅਗਰ ਇੱਕ ਕੁਆਂਟਿਟੀ ਕੋਮੋਡਿਟੀ ਐਕਸ ਦੀ ਕੁਆਂਟਿਟੀ 1 ਆ, ਉਹ ਵਾਈ ਨੂੰ ਕਿੰਨਾ ਲੈਂਦਾ ਸੀ 4, ਇੱਕ ਇਨਕਰੀਜ਼ ਕੀਤੀ 2 ਲੈਣ ਲੱਗ ਪਿਆ, ਇਸ ਦੀ ਵੀ ਘੱਟ ਕੇ ਕਿੰਨੀ ਲੈਣ ਗਿਆ 3। ਦੈਟ ਮੀਨਸ ਕਿ ਸਬਸਟੀਟਿਊਸ਼ਨ ਕਿੰਨਾ ਕਰ ਰਿਹਾ 1:1, ਕਿ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਕਿੰਨਾ ਹੁੰਦਾ ਆ 1। ਇਸ ਤਰ੍ਹਾਂ ਦੀਆਂ ਗੁੱਡਸ ਦੇ ਵਿੱਚ ਜੋ ਕਿ ਇੱਕ ਦੂਸਰੇ ਦੀਆਂ ਪਰਫੈਕਟ ਸਬਸਟੀਟਿਊਟਸ ਹੁੰਦਾ ਆ, ਉਹਨਾਂ ਦੇ ਵਿੱਚ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਕਿੰਨਾ ਹੁੰਦਾ 1, ਅਤੇ ਉਸ ਕੇਸ ਦੇ ਵਿੱਚ ਇੰਡੀਫਰੈਂਸ ਕਰਵ ਕਿਸ ਤਰ੍ਹਾਂ ਦੀ ਹੁੰਦੀ ਆ ਸਟ੍ਰੇਟ ਲਾਈਨ। ਨੈਕਸਟ ਇਜ਼ ਐਲ ਸ਼ੇਪਡ ਜਾਂ ਰਾਈਟ ਐਂਗਲ ਇੰਡੀਫਰੈਂਸ ਕਰਵ। ਐਲ ਸ਼ੇਪਡ ਇੰਡੀਫਰੈਂਸ ਕਰਵ ਜਿਹੜੀ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਆਫ ਪਰਫੈਕਟਲੀ ਕੰਪਲੀਮੈਂਟਰੀ ਗੁੱਡਸ ਇਜ਼ 0। ਇੱਕ ਹੁੰਦੀਆਂ ਕੰਪਲੀਮੈਂਟਰੀ ਗੁੱਡਸ, ਇੱਕ ਹੁੰਦੀਆਂ ਪਰਫੈਕਟ ਕੰਪਲੀਮੈਂਟਰੀ ਗੁੱਡਸ। ਪਰਫੈਕਟ ਕੰਪਲੀਮੈਂਟਰੀ ਗੁੱਡਸ ਕਿਹੜੀਆਂ ਹੁੰਦੀਆਂ, ਲਾਈਕ ਦੋ ਫੋਰ ਐਗਜ਼ਾਮਪਲ ਪੇਅਰ ਆਫ ਸ਼ੂਜ਼ ਹੋ ਗਏ, ਰਾਈਟ ਸ਼ੂਜ਼ ਹੋ ਗਿਆ ਨਾ ਲੈਫਟ ਸ਼ੂਜ਼ ਹੋ ਗਿਆ, ਠੀਕ ਆ। ਇਸ ਡਾਇਗਰਾਮ ਦੇ ਵਿੱਚ ਦੇਖੋ ਜਿਹੜੀਆਂ ਪਰਫੈਕਟ ਕੰਪਲੀਮੈਂਟਰੀ ਗੁੱਡਸ ਹੁੰਦੀਆਂ ਉਹਨਾਂ ਦਾ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਕਿੰਨਾ ਹੁੰਦਾ ਆ, ਉਹਨਾਂ ਦਾ ਮਾਰਜਨ ਰੇਟ ਆਫ ਸਬਸਟੀਟਿਊਸ਼ਨ 0 ਹੁੰਦਾ। ਉਸ ਟਾਈਮ ਪਰਫੈਕਟ ਕੰਪਲੀਮੈਂਟਰੀ ਗੁੱਡਸ ਦੇ ਵਿੱਚ ਜਿਹੜਾ ਇੰਡੀਫਰੈਂਸ ਕਰਵ ਬਣਦਾ ਉਹ ਕੀ ਬਣਦਾ ਐਲ ਸ਼ੇਪਡ ਬਣਦਾ। ਇਸ ਫਿਗਰ ਦੇ ਵਿੱਚ ਦੇਖੋ IC1 ਇੰਡੀਫਰੈਂਸ ਕਰਵ ਆ। ਇਹ ਕੰਬੀਨੇਸ਼ਨ ਦੇ ਵਿੱਚ ਦੇਖੋ ਕਿ ਇੱਕ ਕੰਜ਼ਿਊਮਰ ਰਾਈਟ ਸ਼ੂਜ਼ ਦਾ 1 ਪੀਸ ਲੈਂਦਾ ਆ, ਇੱਕ ਪੇਅਰ ਆਫ ਸ਼ੂਜ਼ ਲੈਂਦਾ, ਰਾਈਟ ਦਾ ਸ਼ੂ ਲੈਂਦਾ ਐਂਡ ਲੈਫਟ ਸ਼ੂਜ਼ ਲੈਂਦਾ, ਦੈਟ ਮੀਨਸ ਇੱਕ ਪੇਅਰ ਬਣਦਾ। ਇਹ ਅਗਰ ਉਹ ਕੀ ਕਰਦਾ ਆ ਸੀ ਕੰਬੀਨੇਸ਼ਨ ਨੂੰ ਪਰਚੇਜ਼ ਕਰਦਾ ਆ ਕਿ ਲੈਫਟ ਸਾਈਡ ਦੇ 2 ਲੈ ਲੈਂਦਾ ਆ ਐਂਡ ਰਾਈਟ ਸਾਈਡ ਦਾ ਸਿਰਫ 1 ਲੈਂਦਾ, ਅਤੇ ਉਸਦੇ ਲੈਵਲ ਆਫ ਸੈਟਿਸਫੈਕਸ਼ਨ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ। ਬਟ ਅਗਰ ਉਹ ਰਾਈਟ ਸ਼ੂਜ਼ ਦੇ ਵੀ 2 ਲੈਂਦਾ ਆ ਐਂਡ ਲੈਫਟ ਦੇ ਵੀ 2 ਲੈਂਦਾ ਆ ਤਾਂ ਉਸਦਾ ਲੈਵਲ ਆਫ ਸੈਟਿਸਫੈਕਸ਼ਨ ਇਨਕਰੀਜ਼ ਕਰ ਜਾਏਗਾ, ਦੈਟ ਮੀਨਸ B ਪੁਆਇੰਟ 'ਤੇ ਆ ਜਾਏਗਾ। ਦੈਟ ਮੀਨਸ ਕਿ ਹਾਇਰ ਇੰਡੀਫਰੈਂਸ ਕਰਵ ਵੱਲ ਮੂਵ ਕਰ ਜਾਏਗਾ। ਇਸ ਤਰ੍ਹਾਂ ਪਰਫੈਕਟ ਕੰਪਲੀਮੈਂਟਰੀ ਗੁੱਡਸ ਉਹ ਹੁੰਦੀਆਂ ਕਿ ਜਿਨ੍ਹਾਂ ਨੂੰ ਅਸੀਂ ਇੱਦਾਂ ਕਿ ਸਬਸਟੀਟਿਊਟਸ ਨਹੀਂ ਕਰ ਸਕਦੇ, ਕਿ ਅਗਰ ਮੈਂ ਕਿ ਲੈਫਟ ਦੇ 2 ਲੈ ਲਵਾਂ, 2 ਪੀਸ ਲੈ ਲਵਾਂ ਐਂਡ ਰਾਈਟ ਦੇ 1, ਦੋਨਾਂ ਨੂੰ ਇਕੁਅਲ ਕੁਆਂਟਿਟੀ ਵਿੱਚ ਹੀ ਪਰਚੇਜ਼ ਕਰ ਸਕਦੇ, ਇਕੁਅਲ ਕੁਆਂਟਿਟੀ ਵਿੱਚ ਹੀ ਤੁਸੀਂ ਪਰਚੇਜ਼ ਕਰ ਸਕਦੇ ਆ। ਦੈਟ ਮੀਨਸ ਕਿ ਉਹਦਾ ਰੇਟ ਆਫ ਸਬਸਟੀਟਿਊਸ਼ਨ ਆ, ਮਾਰਜਨ ਰੇਟ ਆਫ ਸਬਸਟੀਟਿਊਸ਼ਨ 0 ਆ। ਦੈਟ ਮੀਨਸ ਕਿ ਤੁਸੀਂ ਰਾਈਟ ਲੈਫਟ ਸ਼ੂਜ਼ ਦੇ ਬਦਲੇ ਰਾਈਟ ਦਾ ਸੈਕਰੀਫਾਈਸ ਨਹੀਂ ਕਰ ਸਕਦੇ, ਤੁਹਾਨੂੰ ਦੋਨਾਂ ਦੀ ਸੇਮ ਕੁਆਂਟਿਟੀ ਹੀ ਲੈਣੀ ਪਏਗੀ। ਇਸ ਲਈ ਇਹਨਾਂ ਦਾ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਕਿੰਨਾ ਹੁੰਦਾ 0। ਇਸ ਲਈ ਪਰਫੈਕਟ ਕੰਪਲੀਮੈਂਟਰੀ ਗੁੱਡਸ ਦੇ ਵਿੱਚ ਜਿਹੜਾ ਇੰਡੀਫਰੈਂਸ ਕਰਵ ਦੀ ਸ਼ੇਪ ਕੀ ਹੁੰਦੀ ਆ ਉਹ ਐਲ ਸ਼ੇਪਡ ਹੁੰਦੀ ਆ।